पंजाबी अदाकार दीप सिद्धू एक बार फिर तो मुसीबत ਦੇ ਵਿੱਚ ਫਸਦੇ ਹੋਏ ਦਿਖਾਈ ਦੇ ਰਹੇ ਨੇ। ਦੀਪ ਸਿੱਧੂ ਖਿਲਾਫ SC/ST ਐਕਟ ਤਹਿਤ ਜਲੰਧਰ ਦੇ ਵਿੱਚ ਮਾਮਲਾ ਦਰਜ। ਇਮੋਸ਼ਨ ਹਰਟ ਹੋਏ ਆ ਉਹਦੇ ਲਈ ਆਈ ਅਪੋਲੋਜਾਈਜ਼, ਕਿਉਂਕਿ ਮੇਰਾ ਕਦੇ ਕੋਈ ਮਕਸਦ ਨਹੀਂ ਹੁੰਦਾ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਜਾਂ ਇਮੋਸ਼ਨਸ ਨੂੰ ਹਰਟ ਕਰਾਂ, ਹਨਾ। ਤੁਸੀਂ ਸਾਰੇ ਸਾਡੇ ਹੋ। ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿੰਦਾ ਰਹਿਣਾ ਵੀ ਜੇ ਸਰਕਾਰ ਦਲਿਤ ਲਫ਼ਜ਼ ਯੂਜ਼ ਕਰਦੀ ਹੈ ਤਾਂ ਮੈਂ ਵੀ ਦਲਿਤ ਹਾਂ। ਦਰਬਾਰ ਸਾਹਿਬ ਅਰਦਾਸ ਕਰਨ ਜਾਣੀ ਸੀ ਆਪਣੀ ਵਾਰਸ ਪੰਜਾਬ ਦੀ ਜਥੇਬੰਦੀ ਦੀ ਤੇ ਕਿਸਾਨੀ ਸੰਘਰਸ਼ ਦੀ ਜਿੱਤ ਦੀ, ਪਰ ਐਸ ਕਸ਼ਮਕਸ਼ 'ਚ ਹੁਣ ਦਰਬਾਰ ਸਾਹਿਬ ਜਾਣ ਦਾ ਜਿਹੜਾ ਪਲਾਨ ਆ ਉਹ ਕੈਂਸਲ ਕਰਦੇ ਆ, ਕਿਉਂਕਿ ਕਿਸੇ ਦੇ ਦਿਲ ਦੁਖਾ ਕੇ ਅਰਦਾਸ ਨਹੀਂ ਕੀਤੀ ਜਾਂਦੀ। ਅਸੀਂ ਵੀ ਉਹਨਾਂ ਚੋਂ ਹੀ ਆ ਜਿਨ੍ਹਾਂ ਨੂੰ ਕੋਈ ਗਲਤ ਲਫ਼ਜ਼ ਕਹਿ ਕੇ ਉਹਨਾਂ ਦੇ ਦਿਲ ਦਿਖਾਉਂਦਾ। ਪੰਜਾਬੀ ਅਦਾਕਾਰ ਦੀਪ ਸਿੱਧੂ ਖਿਲਾਫ ਰਵਿਦਾਸੀਆ ਸਮਾਜ ਤੇ ਬਾਲਮਿਕ ਸਮਾਜ ਦੇ ਭਾਈਚਾਰੇ ਖਿਲਾਫ ਜਾਤੀ ਸੂਚਕ ਸ਼ਬਦ ਬੋਲਣ ਤੋਂ ਬਾਅਦ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਵਿੱਚ SC/ST ਐਕਟ ਤਹਿਤ ਜਲੰਧਰ ਤੇ ਨਵੀਂ ਬਾਰਾਦਰੀ ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ। ਦੀਪ ਸਿੱਧੂ ਖਿਲਾਫ ਉਕਤ ਭਾਈਚਾਰਿਆਂ ਦੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਨਵੀਂ ਬਾਰਾਦਰੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਹੈ। ਨਵੀਂ ਮੁਸੀਬਤ ਦੇ ਵਿੱਚ ਫਸਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ। ਦੱਸ ਦਈਏ ਕਿ ਦੀਪ ਸਿੱਧੂ ਨੇ 5 ਵਿਅਕਤੀਆਂ ਦੇ ਨਾਲ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਰਵਿਦਾਸੀਆ ਤੇ ਬਾਲਮੀਕੀ ਭਾਈਚਾਰੇ ਖਿਲਾਫ ਜਾਤੀ ਸੂਚਕ ਜਿਹੜੇ ਸ਼ਬਦ ਬੋਲੇ ਸੀ। ਉਸ ਤੋਂ ਬਾਅਦ ਵਾਲਮੀਕੀ ਭਾਈਚਾਰੇ ਦੇ ਵਿੱਚ ਰੋਸ ਸੀ, ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਬਾਰਾਦਰੀ ਥਾਣੇ ਦੇ ਵਿੱਚ ਜਲੰਧਰ ਦੇ ਵਿੱਚ। ਤਾਂ ਉਸ ਤੋਂ ਬਾਅਦ ਦੀਪ ਸਿੱਧੂ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਹੋ ਚੁੱਕਿਆ। ਜਾਤੀ ਸੂਚਕ ਸ਼ਬਦ ਬੋਲਣ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਵਿੱਚ ਦੀਪ ਸਿੱਧੂ ਦੇ ਉੱਪਰ ਇਹ ਜਿਹੜਾ ਮਾਮਲਾ ਦਰਜ ਹੋਇਆ। ਇਹ ਸ਼ਬਦ ਬੋਲਣ ਤੋਂ ਬਾਅਦ ਦੀਪ ਸਿੱਧੂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਫਾਈ ਵੀ ਦਿੱਤੀ ਗਈ ਸੀ। ਇਹ ਵੀਡੀਓ ਉਹਨਾਂ ਨੇ ਸਾਂਝੀ ਕੀਤੀ ਸੀ ਲੋਕਾਂ ਦੇ ਵਿੱਚ, ਜੋ ਕਿ ਮਾਫੀ ਵੀ ਮੰਗੀ ਸੀ ਕੁਝ ਸ਼ਬਦ ਬੋਲਣ ਤੋਂ ਬਾਅਦ। ਇੱਕ ਵਾਰ ਤੁਹਾਨੂੰ ਇਹ ਵੀਡੀਓ ਜ਼ਰੂਰ ਦਿਖਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਉਮੀਦ ਆ ਤੁਸੀਂ ਤੰਦਰੁਸਤ ਤੇ ਠੀਕ ਠਾਕ ਹੋਵੋਗੇ। ਗੱਲ ਸੰਗਤ ਨਾਲ ਜਿਹੜੀ ਕਰਨੀ ਆ ਉਹ ਸਪਸ਼ਟੀਕਰਨ ਆ। ਕੱਲ ਜਦੋਂ ਕਿਸਾਨ ਮੋਰਚੇ 'ਚ ਮੈਂ ਗਿਆ ਤੇ ਉੱਥੇ ਜਿਹੜੇ ਬਜ਼ੁਰਗ ਬੈਠੇ ਸੀ ਉਹਨਾਂ ਨੇ ਕੋਈ ਲਫ਼ਜ਼ ਆਪਦੇ ਮੂੰਹੋਂ ਬੋਲੇ ਜਿਹੜੇ ਜਾਤ ਪਾਤ ਨੂੰ ਕਿਸੇ ਤਰ੍ਹਾਂ ਮੈਨੀਫੈਸਟ ਕਰਦੇ ਸੀ, ਜਾਤ ਪਾਤ ਨੂੰ ਉਜਾਗਰ ਕਰਦੇ ਸੀ, ਆਪਾਂ ਇਹ ਕਹਿ ਲਈਏ। ਇਸ ਗੱਲ ਦੀ ਸੱਚਾਈ ਜਾਂ ਇਸ ਸਿਧਾਂਤ ਦੀ ਜਿਹੜੀ ਕਲੈਰਿਟੀ, ਇਹਦੇ ਤੇ ਤੁਹਾਨੂੰ ਪੂਰੀ ਕਲੈਰਿਟੀ ਹੋਣੀ ਇਹ ਪਹਿਲੇ ਦਿਨ ਤੋਂ ਮੈਨੂੰ ਹੈਗੀ ਆ, ਕਿਉਂਕਿ ਆਪਾਂ ਸਿੱਖ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਾਂ। ਗੁਰੂ ਸਾਹਿਬਾਨ ਨੇ ਪਹਿਲੀ ਗੱਲ ਹੀ ਸਾਨੂੰ ਜਾਤ ਪਾਤ ਤੋਂ ਰਹਿਤ ਕੀਤਾ। ਸੋ ਬਜ਼ੁਰਗਾਂ ਨੇ ਜਿਹੜੀ ਗੱਲ ਕਹੀ, ਜਿਹੜੇ ਲਫ਼ਜ਼ ਵਰਤੇ, ਹਾਲਾਂਕਿ ਮੈਂ ਉਹਨਾਂ ਨੂੰ ਕਿਸੇ ਢੰਗ 'ਚ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਨਹੀਂ ਬਣੀ, ਹਨਾ। ਪਾਸਿਓਂ ਇਸ਼ਾਰਾ ਵੀ ਕੀਤਾ, ਪਰ ਉਹ ਗੱਲ ਨਹੀਂ ਬਣੀ। ਤੇ ਉਦੋਂ ਬਾਅਦ ਉਹਨਾਂ ਨੇ ਉਦੋਂ ਪਹਿਲਾਂ ਮੈਨੂੰ ਗੱਲ ਕਹੀ ਸੀ ਵੀ ਉਹ ਤੂੰ ਲਾਲ ਕਿਲ੍ਹੇ ਵੱਲ ਨਹੀਂ ਜਾਣਾ ਸੀ। ਤੇ ਇਸੇ ਗੱਲ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਜੋ ਤੁਸੀਂ ਕਹਿ ਰਹੇ ਹੋ ਸਾਰਾ ਠੀਕ ਆ, ਕਿਉਂਕਿ ਜਦੋਂ ਬਜ਼ੁਰਗਾਂ ਨਾਲ ਜਾ ਕੇ ਉੱਥੇ ਬੈਠੇ ਆ, ਉਹਨਾਂ ਨਾਲ ਜੇ ਜਿੱਦਦੇ ਆ ਕਿਸੇ ਗੱਲ ਤੇ ਉਹ ਵੀ ਗੱਲ ਚੰਗੀ ਨਹੀਂ। ਪਰ ਇੱਕ ਇਹਦੇ ਨਾਲ ਗੱਲ ਇਹ ਆ ਵੀ ਅੱਜ ਤੱਕ ਮੈਂ ਇਹ ਕਹਿੰਦਾ ਆ ਰਿਹਾ ਵੀ ਜਿਹੜਾ ਦਲਿਤ ਕੋਈ ਲਫ਼ਜ਼ ਆ ਨਾ, ਇਹ ਲਫ਼ਜ਼ ਵੀ ਗਲਤ ਆ, ਕਿਉਂਕਿ ਸਾਡੇ 'ਚ ਪਹਿਲੀ ਗੱਲ ਤਾਂ ਮਾਨਸ ਕੀ ਜਾਤ ਸਭੇ ਏਕੋ ਪਹਿਚਾਣ ਬੋ ਦਾ ਸਿਧਾਂਤ ਆ। ਤੇ ਸਾਡੇ 'ਚ ਜੇ ਉਸ ਵਾਹਿਗੁਰੂ ਨੇ ਸਾਨੂੰ ਵਿਤਕਰਾ ਨਹੀਂ ਕੀਤਾ, ਸਾਨੂੰ ਵਿਤਕਰੇ ਨਾਲ ਪੈਦਾ ਨਹੀਂ ਕੀਤਾ, ਤੇ ਫਿਰ ਅਸੀਂ ਆਪਦੇ ਆਪ 'ਚ ਇਹ ਵਿਤਕਰੇਬਾਜ਼ੀ ਜਾਂ ਕੋਈ ਊਚ ਨੀਚ ਕਿਉਂ ਰੱਖੀਏ। ਸੋ ਸਾਰੇ ਇੱਕ, ਕੋਈ ਜਾਤ ਪਾਤ ਕੁਛ ਨਹੀਂ ਹੁੰਦੀ। ਜਿਹੜੇ ਸਾਡੇ ਅੱਜ ਬੰਦਿਆਂ ਦੇ ਕਿਸੇ ਤਰ੍ਹਾਂ ਕੋਈ ਇਮੋਸ਼ਨਸ ਹਰਟ ਹੋਏ ਆ, ਜਿਹੜੇ ਮੈਂ ਕਦੇ ਵੀ ਨਹੀਂ ਦਿਲੋਂ ਜਾਂ ਅਦਰਵਾਈਜ਼ ਵੀ ਕਦੇ ਸੋਚਾਂਗੇ ਵੀ ਨਹੀਂ ਵੀ ਇਹੋ ਜਿਹੀ ਕੋਈ ਗੱਲ ਕਰੀਏ। ਇਮੋਸ਼ਨ ਹਰਟ ਹੋਏ ਆ, ਉਹਦੇ ਲਈ ਆਈ ਅਪੋਲੋਜਾਈਜ਼, ਕਿਉਂਕਿ ਮੇਰਾ ਕਦੇ ਕੋਈ ਮਕਸਦ ਨਹੀਂ ਹੁੰਦਾ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਜਾਂ ਇਮੋਸ਼ਨਸ ਨੂੰ ਹਰਟ ਕਰਾਂ, ਹਨਾ। ਤੁਸੀਂ ਸਾਰੇ ਸਾਡੇ ਹੋ। ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿੰਦਾ ਰਹਿਣਾ ਵੀ ਜੇ ਸਰਕਾਰ ਦਲਿਤ ਲਫ਼ਜ਼ ਯੂਜ਼ ਕਰਦੀ ਹੈ ਤਾਂ ਮੈਂ ਵੀ ਦਲਿਤ ਹਾਂ। ਸੋ ਇਹ ਗੱਲ ਪੱਕੀ ਆ ਵੀ ਜੇ ਤੁਸੀਂ
ਨੀਵੇਂ ਥਾਂ ਬੈਠੇ ਹੋ ਤੇ ਮੈਂ ਤੁਹਾਡੇ ਨਾਲ ਨੀਵੇਂ ਥਾਂ ਬੈਠਾ ਜੇ ਸਾਨੂੰ ਕੋਈ ਨੀਵੇਂ ਥਾਂ ਪਾਉਂਦਾ ਤਾਂ। ਸੋ ਦਲਿਤ ਕੋਈ ਨਹੀਂ, ਊਚ ਨੀਚ ਕੋਈ ਨਹੀਂ, ਜਾਤ ਪਾਤ ਕੋਈ ਨਹੀਂ। ਇਸ ਗੱਲ ਤੇ ਸੰਘਰਸ਼ ਕਰਾਂਗੇ, ਇਸ ਗੱਲ ਲਈ ਹਮੇਸ਼ਾ ਖੜੇ ਰਹਾਂਗੇ। ਤੇ ਜੇ ਕੱਲ ਨੂੰ ਤੁਹਾਨੂੰ ਕੋਈ ਕਹਿੰਦਾ ਤੁਸੀਂ ਦਲਿਤ ਹੋ ਤਾਂ ਮੈਂ ਵੀ ਦਲਿਤ ਹਾਂ। ਇਹ ਗੱਲ ਤੁਸੀਂ ਲਿਖ ਕੇ ਰੱਖ ਲਓ। ਇਹ ਗੱਲ ਮੈਂ ਬੜੇ ਸਮੇਂ ਤੋਂ ਕਹਿੰਦਾ ਆ ਰਿਹਾ। ਇਸ ਕਰਕੇ ਨਹੀਂ ਇਹ ਗੱਲ ਕਹੀ ਵੀ ਅੱਜ ਕੋਈ ਸਿਚੁਏਸ਼ਨ ਪੈਦਾ ਹੋ ਗਈ। ਇਹ ਬੜੇ ਸਮੇਂ ਤੋਂ ਮੈਂ ਸਟੇਟਮੈਂਟ ਦਿੰਦਾ ਆ ਰਿਹਾ। ਅਗਲੀ ਗੱਲ, ਕਈ ਸਾਡੇ ਬੰਦਿਆਂ ਦੀਆਂ ਭਾਵਨਾਵਾਂ ਹਰਟ ਹੋਈਆਂ, ਕਈ ਵਾਰੀ ਲਾਜ਼ਮਾਂ ਹੋ ਜਾਂਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹਨਾਂ ਲਈ ਉਹਨਾਂ ਤੋਂ ਮਾਫੀ ਮੰਗਦੇ ਹਾਂ ਵੀ ਸਾਡੇ ਮਨਾਂ 'ਚ ਕੋਈ ਵੀ ਕਦੇ ਵੀ ਇਹੋ ਜਿਹੀ ਗੱਲ ਨਹੀਂ। ਕੱਲ ਦਰਬਾਰ ਸਾਹਿਬ ਜਾਣਾ ਸੀ, ਦਰਬਾਰ ਸਾਹਿਬ ਅਰਦਾਸ ਕਰਨ ਜਾਣੀ ਸੀ ਆਪਣੀ ਵਾਰਸ ਪੰਜਾਬ ਦੀ ਜਥੇਬੰਦੀ ਦੀ ਤੇ ਕਿਸਾਨੀ ਸੰਘਰਸ਼ ਦੀ ਜਿੱਤ ਦੀ। ਪਰ ਐਸ ਕਸ਼ਮਕਸ਼ 'ਚ ਹੁਣ ਦਰਬਾਰ ਸਾਹਿਬ ਜਾਣ ਦਾ ਜਿਹੜਾ ਪਲਾਨ ਆ ਉਹ ਕੈਂਸਲ ਕਰਦੇ ਆ, ਕਿਉਂਕਿ ਕਿਸੇ ਦੇ ਦਿਲ ਦੁਖਾ ਕੇ ਅਰਦਾਸ ਨਹੀਂ ਕੀਤੀ ਜਾਂਦੀ। ਜਦੋਂ ਪਹਿਲਾਂ ਨਜਿੱਠ ਲਈਏ, ਸਾਰੇ ਆਪਦੇ ਬੰਦਿਆਂ ਨੂੰ ਇਹ ਕਹਿ ਦਈਏ ਵੀ ਅਸੀਂ ਤੁਹਾਡੇ ਨਾਲ ਹਾਂ, ਹਮੇਸ਼ਾ ਹੀ ਨਾਲ ਰਹਾਂਗੇ। ਅਸੀਂ ਵੀ ਉਹਨਾਂ 'ਚੋਂ ਹੀ ਆ ਜਿਨ੍ਹਾਂ ਨੂੰ ਕੋਈ ਗਲਤ ਲਫ਼ਜ਼ ਕਹਿ ਕੇ ਉਹਨਾਂ ਦੇ ਦਿਲ ਦਿਖਾਉਂਦਾ ਜਾਂ ਉਹਨਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਤਾਂ ਸਾਡੇ ਵੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ। ਜਿਵੇਂ ਮੈਂ ਕਿਹਾ, ਜੇ ਕੋਈ ਦਲਿਤ ਆ ਤਾਂ ਮੈਂ ਵੀ ਦਲਿਤ ਆ। ਇਹ ਗੱਲ ਤੁਸੀਂ ਚਾਹੇ ਲਿਖ ਲਓ ਤੇ ਇਸ ਗੱਲ ਤੇ ਹਮੇਸ਼ਾ ਖੜੇ ਰਹਾਂਗੇ, ਪਹਿਰਾ ਦਿੰਦਾ ਰਹਾਂਗੇ। ਕੋਈ ਦਰਜਾ ਬਦਰਜੀ ਨਹੀਂ ਆ, ਕੋਈ ਊਚ ਨੀਚ ਨਹੀਂ ਆ, ਕੋਈ ਜਾਤ ਪਾਤ ਨਹੀਂ ਆ। ਕੱਲ ਦਰਬਾਰ ਸਾਹਿਬ ਦਾ, ਕਿਉਂਕਿ ਉਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਵੱਲੋਂ ਇੱਕ ਕਾਲ ਹੁੰਦੀ ਆ, ਹਨਾ, ਜਦੋਂ ਸਾਨੂੰ ਬੁਲਾਇਆ ਜਾਂਦਾ ਤੇ ਅਸੀਂ ਜਾ ਕੇ ਨਤਮਸਤਕ ਹੁੰਨੇ ਆ। ਇਹ ਲੱਗਦਾ ਵੀ ਕੱਲ ਬੁਲਾਵਾ ਹੈ ਨਹੀਂ, ਕਿਉਂਕਿ ਤੁਹਾਡੀਆਂ ਭਾਵਨਾਵਾਂ ਤੇ ਠੇਸ ਪਹੁੰਚਾ ਕੇ ਤੇ ਮੈਂ ਉੱਥੇ ਨਤਮਸਤਕ ਹੁੰਦਾ ਫਿਰਾਂ, ਅਰਦਾਸਾਂ ਕਰਦਾ ਫਿਰਾਂ, ਇਹ ਤਾਂ ਨਹੀਂ ਹੋ ਸਕਦਾ। ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਇੱਕ ਵਾਰੀ ਫੇਰ ਮੈਂ ਯਕੀਨ ਦਿਵਾਉਣਾ ਵੀ ਤੁਹਾਡੇ ਨਾਲ ਖੜੇ ਆ ਜੀ। ਜਿਹੜੇ ਸੰਘਰਸ਼ ਪੰਜਾਬ ਦੇ ਆ, ਊਚ ਨੀਚ ਦੇ ਆ, ਜਾਤ ਪਾਤ ਦੇ ਆ, ਦਰਜਾ ਬਦਰਜੀ ਦੇ ਆ, ਸਾਨੂੰ ਗੁਰਦੁਆਰਿਆਂ ਤੋਂ ਲੈ ਕੇ ਸਿਵਿਆਂ ਤੱਕ ਵੰਡਤਾ, ਇਹਨੂੰ ਇੱਕ ਕਰਾਂਗੇ। ਤੁਹਾਡੇ ਨਾਲ ਆ, ਸਾਰਿਆਂ ਦੇ, ਪੰਜਾਬ ਦੇ, ਇਸ ਮਿੱਟੀ ਦੇ ਸਾਡੇ ਲੋਕਾਂ ਦੇ ਨਾਲ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਫਿਲਹਾਲ ਦੀ ਘੜੀ ਦੀਪ ਸਿੱਧੂ ਦਾ ਹਜੇ ਕੋਈ ਬਿਆਨ ਨਹੀਂ ਸਾਹਮਣੇ ਆਇਆ। ਸੋ ਇਸ ਬਾਰੇ, ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ, ਦੇਖਣਾ ਬਾਕੀ ਹੈ। ਜਵਾਨ ਮੁੰਡਿਆ ਬੜਾ ਸੋਹਣਾ ਨੱਚਦਾ ਮੈਦਾਨ ਮੁੰਡਿਆ, ਆਸ਼ਿਕਾਂ 'ਚ ਆਪਣਾ ਸ਼ੁਮਾਰ ਕਰ ਲੈ, ਪਿਆਰ ਕਰ ਲੈ ਵੇ ਆਜਾ ਪਿਆਰ ਕਰ ਲੈ ਵੇ ਟੱਕ ਲਵ ਯੂ ਓ ਵੇ ਅੰਬਰ ਸਰੀਆ